दोहरा। जब निसुंभ ਰਨ ਮਾਰਿਓ ਦੇਵੀ ਇਹ ਪ੍ਰਕਾਰ। ਜਦੋਂ ਇਸ ਤਰ੍ਹਾਂ ਦੇਵੀ ਨੇ ਨਿਸ਼ੁੰਭ ਦੈਂਤ ਨੂੰ ਮਾਰ ਦਿੱਤਾ। ਪਾਜ ਦੈਤ ਇੱਕ ਸੁੰਭ ਪੈ ਗਇਓ ਤੁਰੰਗਮ ਡਾਰ। ਤਦੋਂ ਇੱਕ ਦੈਤ ਘੋੜੇ ਉੱਤੇ ਸਵਾਰ ਹੋ ਕੇ ਸ਼ੁੰਭ ਕੋਲ ਭੱਜ ਗਿਆ। ਆਨ ਸੁੰਭ ਪੈ ਤਿੰਨ ਕਹੀ ਸਕਲ ਜੁੱਧ ਕੀ ਬਾਤ। ਉਸਨੇ ਆ ਕੇ ਸ਼ੁੰਭ ਕੋਲ ਜੁੱਧ ਦੀ ਸਾਰੀ ਵਾਰਤਾ ਕਹੀ। ਤਬ ਪਾਜੇ ਦਾਨਵ ਸਭੇ ਮਾਰ ਲਿਓ ਤਿਉ ਪ੍ਰਾਤ। ਕਿ ਜਦੋਂ ਤੇਰੇ ਭਰਾ ਨਿਸ਼ੁੰਭ ਨੂੰ ਦੇਵੀ ਨੇ ਮਾਰ ਲਿਆ ਤਦੋਂ ਸਾਰੇ ਦੈਂਤ ਰਣਭੂਮੀ ਵਿੱਚੋਂ ਭੱਜ ਗਏ। ਸਵਈਆ। ਸੁੰਭ ਨਿਸੁੰਭਨਿਓ ਸੁਣ ਕੇ ਬਰਬੀਰਨ ਕੇ ਚੀਤ ਛੋੜ ਸਮਾਇਓ। ਸ਼ੁੰਭ ਨੇ ਨਿਸ਼ੁੰਭ ਦਾ ਮਾਰਿਆ ਜਾਣਾ ਸੁਣਿਆ ਤਾਂ ਉਸ ਬਲਵਾਨ ਦੇ ਚਿੱਤ ਵਿੱਚ ਕ੍ਰੋਧ ਭਰ ਗਿਆ। ਸਾਚ ਚੜਿਓ ਗਜਬਾਜ ਸਮਾਜ ਕੇ ਦਾਨਵ ਪੁੰਜ ਲਿਏ ਰਨ ਆਇਓ। ਉਹ ਹਾਥੀਆਂ ਅਤੇ ਘੋੜਿਆਂ ਦੇ ਸਮੂਹ ਨੂੰ ਸਜਾ ਕੇ ਚੜ ਚੱਲਿਆ ਅਤੇ ਦੈਂਤਾਂ ਦੇ ਦਲ ਨਾਲ ਲੈ ਕੇ ਰਣਭੂਮੀ ਵਿੱਚ ਆ ਡਟਿਆ। ਭੂਮ ਭਿਆਨਕ ਲੋਥ ਭਰੀ ਲਖ ਸ਼੍ਰਵਣ ਸਮੂਹ ਮਹਾਂ ਬਿਸਮਾਇਓ। ਉਸ ਭਿਆਨਕ ਯੁੱਧ ਭੂਮੀ ਵਿੱਚ ਪਿਆ ਲੋਥਾ ਅਤੇ ਲਹੂ ਦੇ ਛੱਪੜ ਸਮੂਹ ਨੂੰ ਵੇਖ ਕੇ ਰਾਜਾ ਸੁੰਭ ਆਪਣੇ ਮਨ ਵਿੱਚ ਬਹੁਤ ਹੈਰਾਨ ਹੋਇਆ। ਮਾਨਹੁ ਸਾਰਸੁਤ ਉਮੜੀ ਜਲ ਸਾਗਰ ਕੇ ਮਿਲੇਬੇ ਕਹੋ ਤਾਇਓ। ਇੰਝ ਪ੍ਰਤੀਤ ਹੁੰਦਾ ਹੈ ਮਾਨੋ ਲਹੂ ਨਾਲ ਭਰੀ ਸਰਸਵਤੀ ਨਦੀ ਉਮੜ ਕੇ ਸਾਗਰ ਦੇ ਜਲ ਵਿੱਚ ਮਿਲਣ ਜਾ ਰਹੀ ਹੋਵੇ। ਚੰਡ ਪ੍ਰਚੰਡ ਸੁ ਕੇਹਰ ਕਾਲਿਕਾ ਔ ਸਕਤ ਮਿਲ ਜੁੱਧ ਕਰਿਓ ਹੈ। ਪ੍ਰਚੰਡ ਚੰਡੀ ਸ਼ੇਰ ਕਾਲੀ ਅਤੇ ਦੇਵ ਸ਼ਕਤੀਆਂ ਨੇ ਮਿਲ ਕੇ ਯੁੱਧ ਕੀਤਾ ਹੈ। ਦਾਨਵ ਸੈਨ ਹਤੀ ਇਨਹੂ ਸਭ ਇਉ ਕਹਿ ਕੇ ਮਨ ਕੋਪ ਭਰਿਓ ਹੈ। ਇਹਨਾਂ ਨੇ ਦੈਂਤਾਂ ਦੀ ਸਾਰੀ ਸੈਨਾ ਮਾਰ ਦਿੱਤੀ ਹੈ। ਇਹ ਕਹਿ ਕੇ ਸ਼ੁੰਭ ਦਾ ਮਨ ਕ੍ਰੋਧ ਨਾਲ ਭਰ ਗਿਆ। ਬੰਦ ਕਬੰਧ ਭਰਿਓ ਅਵਲੋਕ ਕੇ ਸੋਕ ਕੇ ਪਾਏ ਨਾ ਆਗੇ ਤਰਿਓ ਹੈ। ਭਰਾ ਨਿਸ਼ੁੰਭ ਦਾ ਪਿਆ ਹੋਇਆ ਤੜ ਵੇਖ ਕੇ ਦੁੱਖ ਨਾਲ ਉਸਨੇ ਅੱਗੇ ਪੈਰ ਨਹੀਂ ਧਰਿਆ। ਤਾਏ ਸਕਿਓ ਨਾ ਪਇਓ ਪਏ ਪੀਤਹੀ ਚੀਤਹੀ ਮਾਨਹੋ ਲੰਗ ਭਰਿਓ ਹੈ। ਉਹ ਇਤਨਾ ਭੈਭੀਤ ਹੋ ਗਿਆ ਕਿ ਅੱਗੇ ਚੱਲ ਨਾ ਸਕਿਆ। ਇੰਝ ਪ੍ਰਤੀਤ ਹੁੰਦਾ ਹੈ ਮਾਨੋ ਚਿੱਤਰੇ ਨੂੰ ਲੰਘ ਪੈ ਗਿਆ ਹੋਵੇ। चित्रे मीन्स चीता, लेपर्ड। फेर कहो दल को जब शुंभ सुमान चले तब दैत कने। ਜਦੋਂ ਫਿਰ ਸ਼ੁੰਭ ਨੇ ਫੌਜ ਨੂੰ ਹੁਕਮ ਦਿੱਤਾ ਤਦੋਂ ਬਹੁਤ ਸਾਰੇ ਦੈਂਤ ਮੰਨ ਕੇ ਯੁੱਧ ਨੂੰ ਚੱਲ ਪਏ। ਗਜਰਾਜ ਸੋ ਬਾਜਨ ਕੇ ਅਸਵਾਰ ਰਥੀ ਰਥ ਪਾਇਕ ਕੌਣ ਗਨੇ। ਵੱਡੇ ਵੱਡੇ ਹਾਥੀਆਂ ਅਤੇ ਘੋੜਿਆਂ ਦੇ ਸਵਾਰ ਰਥਾਂ ਵਾਲੇ ਰਥ ਅਤੇ ਪੈਦਲ ਸੈਨਾ ਦੀ ਕੌਣ ਗਿਣਤੀ ਕਰ ਸਕਦਾ ਹੈ। ਤਹਾਂ ਘੇਰ ਲਏ ਚਹੂ ਔਰਤੇ ਚੰਡ ਮਹਾਤਨ ਕੇ ਤਨ ਦੀਹ ਬਣੇ। ਵੱਡੇ ਸਰੀਰਾਂ ਵਾਲੇ ਦੈਂਤਾਂ ਨੇ ਉੱਥੇ ਚੌਹਾਂ ਪਾਸਿਆਂ ਤੋਂ ਮਹਾਨ ਚੰਡੀ ਨੂੰ ਘੇਰ ਲਿਆ ਹੈ। ਮਨੋ ਭਾਨ ਕੋ ਛਾਏ ਲਿਓ ਉਮੜੇ ਕਨਕੋਰ ਕਮੰਡ ਕਟਾਨ ਸਨੇ। ਇੰਝ ਪ੍ਰਤੀਤ ਹੁੰਦਾ ਹੈ ਮਾਨੋ ਉਮੜੇ ਹੋਏ ਘਣੇ ਬਦਲਾਂ ਦੀਆਂ ਗੱਜਦੀਆਂ ਹੋਈਆਂ ਕਟਾਵਾਂ ਨੇ ਸੂਰਜ ਨੂੰ ਢੱਕ ਲਿਆ ਹੋਵੇ। ਦੋਹਰਾ। ਚਹੂ ਔਰ ਘੇਰੋ ਪਰਿਓ ਤਬੇ ਚੰਡ ਇਹ ਕੀਨ। ਜਦੋਂ ਚੌਹਾਂ ਪਾਸਿਆਂ ਤੋਂ ਘੇਰਾ ਪੈ ਗਿਆ ਤਦੋਂ ਚੰਡੀ ਨੇ ਇਹ ਕੰਮ ਕੀਤਾ। ਕਾਲੀ ਸੋ ਹਸ ਤਿੰਨ ਕਹੇ ਨੈਣ ਸੈਨ ਕਰ ਦੀਨ। ਕਿ ਹੱਸ ਕੇ ਕਾਲੀ ਨੂੰ ਕਿਹਾ ਅਤੇ ਅੱਖਾਂ ਨਾਲ ਸੰਕੇਤ ਕਰ ਦਿੱਤਾ। ਕਬਿਤ। ਕੇਤੇ ਮਾਰ ਡਾਰੇ ਔ ਕੇਤਕ ਚਬਾਏ ਡਾਰੇ ਕੇਤਕ ਬਗਾਏ ਡਾਰੇ ਕਾਲੀ ਕੋਪ ਤਬਹੀ। ਚੰਡੀ ਦੇ ਸੰਕੇਤ ਕਰਨ ਤੇ ਕਾਲੀ ਨੇ ਕ੍ਰੋਧ ਕਰਕੇ ਕਿਤਨੇ ਹੀ ਮਾਰ ਦਿੱਤੇ, ਕਿਤਨੇ ਹੀ ਚੱਬ ਸੁੱਟੇ ਅਤੇ ਕਿਤਨੇ ਹੀ ਚੁੱਕ ਕੇ ਪਰੇ ਸੁੱਟ ਦਿੱਤੇ।
बाज गज पारे ते तो नखन सो फार डारे, ऐसे रन पैकर ना पयो आगे कबही। ਵੱਡੇ ਵੱਡੇ ਹਾਥੀ ਅਤੇ ਘੋੜੇ ਤਾਂ ਨਹੁਆਂ ਨਾਲ ਚੀਰ ਸੁੱਟੇ। ਅਜਿਹਾ ਭਿਆਨਕ ਯੁੱਧ ਅੱਗੇ ਕਦੇ ਵੀ ਨਹੀਂ ਹੋਇਆ ਸੀ। ਬਾਗੇ ਬਹੁ ਬੀਰ ਕਾਹੂੰ ਸੁਧ ਨਾ ਰਹੀ ਸਰੀਰ, ਹਾਲ ਚਾਲ ਪਰੀ ਮਰੇ ਆਪਸ ਮੈਂ ਦਬਹੀ। ਬਹੁਤ ਸੂਰਮੇ ਭੱਜ ਚੱਲੇ, ਕਿਸੇ ਨੂੰ ਸਰੀਰ ਦੀ ਵੀ ਸੁੱਧ ਨਾ ਰਹੀ। ਅਜਿਹੀ ਹਲਚਲ ਮਚੀ ਕਿ ਅਨੇਕ ਸੂਰਮੇ ਆਪਸ ਵਿੱਚ ਹੀ ਇੱਕ ਦੂਜੇ ਦੇ ਹੇਠਾਂ ਆ ਕੇ ਦਬ ਕੇ ਮਰ ਗਏ। ਪੇਕ ਸੁਰ ਰਾਏ ਮਨ ਹਰਕ ਬਡਾਏ, ਸੁਰ ਪੁੰਜਨ ਬੁਲਾਏ, ਕਰੇ ਜੈ ਜੈਕਾਰ ਸਭ ਹੀ। ਦੇਵਤਿਆਂ ਦਾ ਰਾਜਾ ਇੰਦਰ ਦੈਂਤਾਂ ਨੂੰ ਮਰਦਾ ਵੇਖ ਕੇ ਮਨ ਵਿੱਚ ਪ੍ਰਸੰਨ ਹੋਇਆ ਅਤੇ ਦੇਵਤਿਆਂ ਦੇ ਸਾਰੇ ਟੋਲਿਆਂ ਨੂੰ ਬੁਲਾ ਕੇ ਜੈ ਜੈਕਾਰ ਕਰਨ ਲੱਗਾ। ਕ੍ਰੋਧਮਾਨ ਪਇਓ ਕਹਿਓ ਰਾਜਾ ਸਭ ਦੈਤਨ ਕੋ, ਐਸੋ ਜੁਦ ਕੀਨੋ ਕਾਲੀ ਡਾਰਿਓ ਬੀਰ ਮਾਰ ਕੇ। ਸਾਰਿਆਂ ਦੈਂਤਾਂ ਨੂੰ ਕ੍ਰੋਧਵਾਨ ਹੋ ਕੇ ਰਾਜਾ ਸੁੰਭ ਨੂੰ ਕਿਹਾ ਕਿ ਕਾਲੀ ਨੇ ਅਜਿਹਾ ਯੁੱਧ ਕੀਤਾ ਹੈ ਅਤੇ ਸੂਰਮਿਆਂ ਨੂੰ ਮਾਰ ਸੁੱਟਿਆ ਹੈ। ਬਲ ਕੋ ਸੰਭਾਰ ਕਰ ਲੀਨੀ, ਕਰਵਾਰ ਡਾਰ ਪੈ ਡੋਰਨ ਮਦ, ਮਾਰ ਮਾਰ ਏਓ ਉਚਾਰ ਕੇ। ਸੁੰਭ ਨੇ ਆਪਣੇ ਬਲ ਨੂੰ ਸੰਭਾਲ ਕੇ ਹੱਥ ਵਿੱਚ ਤਲਵਾਰ ਅਤੇ ਢਾਲ ਪਕੜ ਲਈ ਅਤੇ ਮਾਰੋ ਮਾਰੋ ਬੋਲਦਾ ਯੁੱਧ ਭੂਮੀ ਵਿੱਚ ਵੜ ਗਿਆ। ਸਾਥ ਪਏ ਸੁੰਭ ਕੇ ਸੂ ਮਹਾਬੀਰ ਤੀਰ, ਜੋ ਦੇ ਲੀਨੇ ਹਥਿਆਰ ਆਪ ਨੇ ਸੰਭਾਰ ਕੇ। ਮਹਾਨ ਬਲਵਾਨ ਅਤੇ ਧੀਰਜਵਾਨ ਯੋਧੇ ਆਪਣੇ ਆਪਣੇ ਸ਼ਸਤਰ ਸੰਭਾਲ ਕੇ ਸ਼ੁੰਭ ਦੇ ਨਾਲ ਤੁਰ ਪਏ। ਐਸੇ ਚਲੇ ਦਾਨੋ ਰਵ ਮੰਡਲ ਛਪਾਨੋ, ਮਾਨੋ ਸਲਬ ਉਡਾਨੋ ਪੁੰਜ ਪੰਖਨ ਸੁ ਤਾਰ ਕੇ। ਦੈਂਤ ਇਸ ਤਰ੍ਹਾਂ ਚੱਲ ਪਏ ਮਾਨੋ ਸੂਰਜ ਮੰਡਲ ਨੂੰ ਲੁਕਾਉਣ ਲਈ ਟਿੱਟੀ ਦਲ ਖੰਭ ਤਾਰਨ ਕਰਕੇ ਉੱਡਿਆ ਜਾ ਰਿਹਾ ਹੋਵੇ। ਸਵਈਆ। ਦਾਨਵ ਸੈਨ ਲਖੇ ਬਲਵਾਨ ਸੁ, ਬਾਹਨ ਚੰਡ ਪ੍ਰਚੰਡ ਪ੍ਰਮਾਨੋ। ਦੈਂਤ ਸ਼ੁਭ ਦੀ ਪਲਵਾਨ ਸੈਨਾ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ ਆਪਣੇ ਵਾਹਨ ਸ਼ੇਰ ਨੂੰ ਇਸ ਤਰ੍ਹਾਂ ਘੁਮਾਇਆ। ਚੱਕਰ ਅਲਾਤ ਕੀ ਬਾਤ ਬਖੂਰਨ, ਛਤਰ ਨਹੀਂ ਸਮ ਓ ਖਰਸਾਨੋ। ਕਿ ਉਸਦੇ ਸਮਾਨ ਆਤਸ਼ਬਾਜ਼ੀ ਦੀ ਚੱਕਰੀ, ਵਾਵਰੋਲੇ ਦੀ ਹਵਾ, ਰਾਜ ਸਿੰਘਾਸਣ ਦਾ ਛਤਰ ਅਤੇ ਸ਼ਸਤਰ ਤੇਜ ਕਰਨ ਵਾਲੀ ਸ਼ਾਨ ਵੀ ਨਹੀਂ ਘੁੰਮ ਸਕਦੀ। ਤਾਰਨ ਮਾਹੇ ਸੁ ਐਸੋ ਫਿਰਿਓ, ਜਨ ਪੌਰ ਨਹੀਂ ਸਰਤਾਹੇ ਬਖਾਨੋ। ਉਸ ਰਣਭੂਮੀ ਵਿੱਚ ਉਹ ਸ਼ੇਰ ਇਸ ਤਰ੍ਹਾਂ ਫਿਰਿਆ ਹੈ ਕਿ ਨਦੀ ਦੇ ਭੰਵਰ ਨੂੰ ਵੀ ਉਸ ਦੇ ਸਮਾਨ ਨਹੀਂ ਕਿਹਾ ਜਾ ਸਕਦਾ। ਔਰ ਨਹੀਂ ਉਪਮਾ ਉਪਜੇ ਸੂ, ਦੁਹੂੰ ਰੁੱਖ ਕੇ ਹਰ ਕੇ ਮੁਖ ਮਾਨੋ। ਇਸ ਸੰਬੰਧ ਵਿੱਚ ਹੋਰ ਦਾ ਕੋਈ ਉਪਮਾ ਪੈਦਾ ਨਹੀਂ ਹੋਈ, ਪਰ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਦੋਹਾਂ ਪਾਸੇ ਸ਼ੇਰ ਦਾ ਹੀ ਮੂੰਹ ਹੋਵੇ। ਜੁੱਧ ਮਹਾ ਅਸੁਰੰਗਨ ਸਾਥ ਪਇਓ, ਤਬ ਚੰਡ ਪ੍ਰਚੰਡ ਹੀ ਪਾਰ। ਤਦੋਂ ਦੈਂਤਾਂ ਦੇ ਵੱਡੇ ਸਮੂਹ ਨਾਲ ਪ੍ਰਚੰਡ ਚੰਡੀ ਦਾ ਭਾਰੀ ਯੁੱਧ ਹੋਇਆ। ਸੈਨ ਅਪਾਰ ਹਕਾਰ ਸੁਧਾਰ, ਬਿਦਾਰ ਸੰਘਾਰ ਦੇ ਰਨਕਾਰੀ। ਦੈਂਤਾਂ ਦੀ ਬੇਹਿਸਾਬੀ ਸੈਨਾ ਨੂੰ ਵੰਗਾਰ ਕੇ, ਖਬਰਦਾਰ ਅਤੇ ਸਾਵਧਾਨ ਕਰਕੇ ਕਾਲੀ ਨੇ ਰਣ ਵਿੱਚ ਨਸ਼ਟ ਕਰ ਦਿੱਤਾ। ਖੇਤ ਪਇਓ ਤਹਾਂ 400 ਕੋਸ ਲਓ, ਸੋ ਉਪਮਾ ਕਵ ਦੇਖ ਵਿਚਾਰੀ। ਉੱਥੇ 400 ਕੋਹਾਂ ਤੱਕ ਯੁੱਧ ਭੂਮੀ ਬਣ ਗਈ ਸੀ। ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਨੇ ਇਹ ਉਪਮਾ ਵਿਚਾਰੀ ਹੈ। ਪੂਰਨ ਏਕ ਕਰੀ ਨਾ ਪਰੀ, ਜੇ ਗਿਰੇ ਤਰ ਪੈ ਤਰ ਜਿਉ ਪਤਚਾਰੀ। ਕਿ ਅਜੇ ਇੱਕ ਘੜੀ ਵੀ ਪੂਰੀ ਨਹੀਂ ਗੁਜ਼ਰੀ ਸੀ ਕਿ ਧਰਤੀ ਉੱਤੇ ਬਲਵਾਨ ਦੈਂਤ ਇਸ ਤਰ੍ਹਾਂ ਡਿੱਗੇ ਹਨ ਜਿਸ ਤਰ੍ਹਾਂ ਪਤਝੜ ਵਿੱਚ ਪੱਤਰ ਡਿੱਗਦੇ ਹਨ। ਮਾਰ ਚਮੂ ਚਤੁਰੰਗ ਲਈ, ਤਬ ਲੀਨੋ ਹੈ ਸੁੰਭ ਚਮੁੰਡ ਕੋ ਆਗਾ। ਜਦੋਂ
ਚਤੁਰੰਗਣੀ ਸੈਨਾ ਮਾਰੀ ਗਈ ਤਦੋਂ ਸ਼ੁੰਭ ਚੰਡੀ ਦੇ ਅੱਗੇ ਆ ਡਟਿਆ। ਚਾਲ ਪਰਿਓ ਅਵਨੀ ਸਿਗਰੀ ਹਰਜੂ ਹਰ ਆਸਨ ਤੇ ਉੱਠ ਪਾਗਾ। ਉਸ ਵੇਲੇ ਸਾਰੀ ਧਰਤੀ ਉੱਤੇ ਹਲਚਲ ਮਚ ਗਈ ਅਤੇ ਸ਼ਿਵ ਸ਼ੇਰ ਦੀ ਖਲ ਦੇ ਆਸਣ ਹਰ ਆਸਣ ਤੋਂ ਉੱਠ ਕੇ ਨੱਸ ਪਿਆ। ਸੂਖ ਗਇਓ ਤ੍ਰਿਸਕੈ ਹਰ ਹਾਰ ਸੂ ਸੰਕਟ ਅੰਕ ਮਹਾ ਪਇਓ ਜਾਗਾ। ਡਰ ਨਾਲ ਸ਼ਿਵ ਦੇ ਗਲੇ ਦਾ ਹਾਰ ਰੂਪੀ ਸੱਪ ਸੁੱਕ ਗਿਆ ਅਤੇ ਦਿਲ ਵਿੱਚ ਬਹੁਤ ਡਰ ਪੈਦਾ ਹੋ ਜਾਣ ਕਾਰਨ ਸੁੰਗੜ ਗਿਆ। ਲਾਗ ਰਿਓ ਲਪਟਾਏ ਗਰੇ ਮਦਨ ਮਾਨਹੋ ਮੁੰਡ ਕੀ ਮਾਲ ਕੋ ਤਾਗਾ। ਉਹ ਸੱਪ ਗਲੇ ਨਾਲ ਇਸ ਤਰ੍ਹਾਂ ਚੰਬੜ ਗਿਆ ਹੈ ਮਾਨੋ ਮੁੰਡਾ ਦੀ ਮਾਲਾ ਦਾ ਧਾਗਾ ਹੋਵੇ। ਚੰਡ ਕੇ ਸਾਮੋਹਿ ਆਇ ਕੇ ਸੁੰਭ ਕਹਿਓ ਮੁਖ ਸੋ ਇਹ ਮੈਂ ਸਭ ਜਾਣੀ। ਚੰਡੀ ਦੇ ਸਾਹਮਣੇ ਆ ਕੇ ਸ਼ੁੰਭ ਨੇ ਮੁਖ ਤੋਂ ਇਹ ਕਿਹਾ ਕਿ ਸਾਰੀ ਗੱਲ ਮੈਂ ਜਾਣ ਲਈ ਹੈ। ਕਾਲੀ ਸਮੇਤ ਸਭੇ ਸਖਤ ਮਿਲ ਦੀਨੋ ਖਪਾਏ ਸਭੇ ਦਲ ਬਾਣੀ। ਹੇ ਚੰਡੀ, ਤੂੰ ਕਾਲੀ ਸਮੇਤ ਸਾਰੀਆਂ ਸ਼ਕਤੀਆਂ ਨੂੰ ਨਾਲ ਮਿਲਾ ਕੇ ਸਾਰੇ ਦਲਾਂ ਦੇ ਬਾਣੀਆਂ ਮੁਖੀਆਂ ਨੂੰ ਨਸ਼ਟ ਕਰ ਦਿੱਤਾ ਹੈ। ਚੰਡ ਕਹਿਓ ਮੁਖ ਤੇ ਉਨਕੋ ਤਿਉ ਤਾਂ ਛਿਨ ਗੌਰ ਕੇ ਮਦ ਸਮਾਨੀ। ਇਹ ਸੁਣ ਕੇ ਚੰਡੀ ਨੇ ਮੂੰਹ ਤੋਂ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਕਿਹਾ ਕਿ ਮੇਰੇ ਵਿੱਚ ਸਮਾ ਜਾਓ ਅਤੇ ਉਹ ਉਸੇ ਵੇਲੇ ਚੰਡੀ ਦੇ ਵਿੱਚ ਸਮਾ ਗਈਆਂ। ਜਿਉਂ ਸਰਤਾ ਕੇ ਪ੍ਰਵਾਹ ਕੇ ਬੀਚ ਮਿਲੇ ਬਰਖਾ ਉਹ ਬੂੰਦਨ ਪਾਣੀ। ਜਿਵੇਂ ਬਰਖਾ ਦੀਆਂ ਬਹੁਤ ਬੂੰਦਾਂ ਦਾ ਜਲ ਨਦੀ ਦੇ ਪ੍ਰਵਾਹ ਵਿੱਚ ਮਿਲ ਜਾਂਦਾ ਹੈ। ਕੈ ਬਲ ਚੰਡ ਮਹਾਰਨ ਮਦ ਸੂਲੇ ਜਮਦਾੜ ਕੀ ਤਾਂ ਪਰ ਲਾਈ। ਮਹਾਚੰਡੀ ਨੇ ਯੁੱਧ ਭੂਮੀ ਵਿੱਚ ਬਲਪੂਰਵਕ ਕਟਾਰ ਜਮਦਾੜ ਲੈ ਕੇ ਉਸ ਉੱਤੇ ਚਲਾਈ। ਬੈਠ ਗਈ ਅਰਕੇ ਔਰ ਮੈਂ ਤਹ ਸਰਉਨਤ ਜੁਗਨਪੁਰ ਅਘਾਈ। ਉਹ ਕਟਾਰ ਵੈਰੀ ਦੀ ਛਾਤੀ ਵਿੱਚ ਧਸ ਗਈ। ਉਸ ਦੇ ਲਹੂ ਨਾਲ ਜੋਗਣਾ ਪੂਰੀ ਤਰ੍ਹਾਂ ਰਚ ਗਈਆਂ। ਦੀਰਖ ਜੁਧ ਬਿਲੋਕ ਕੈ ਬੁੱਧ ਕਵੀਸਵਰ ਕੇ ਮਨ ਮੈਂ ਇਹ ਆਈ। ਉਸ ਦੀਰਖ ਯੁੱਧ ਨੂੰ ਵੇਖ ਕੇ ਕਵੀਸ਼ਰ ਦੇ ਮਨ ਵਿੱਚ ਇਹ ਵਿਚਾਰ ਆਇਆ। ਲੋਤ ਪੈ ਲੋਤ ਗਏ ਪਰ ਏਉ ਸੁ ਮਨੋ ਸੁਰ ਲੋਗ ਕੀ ਸਿੱਢੀ ਬਣਾਈ। ਕਿ ਲੋਤ ਉੱਤੇ ਲੋਤ ਇਸ ਤਰ੍ਹਾਂ ਪੈ ਗਈ ਮਾਨੋ ਸਵਰਗ ਤੱਕ ਚੜ੍ਹ ਜਾਣ ਲਈ ਪੌੜੀ ਬਣਾਈ ਗਈ ਹੋਵੇ। ਸੁੰਭ ਚਮੂ ਸੰਗ ਚੰਡਿਕਾ ਕ੍ਰੁਧ ਕੇ ਜੁਧ ਅਨੇਕਨ ਵਾਰ ਮਚਿਓ ਹੈ। ਚੰਡੀ ਨੇ ਕ੍ਰੋਧਵਾਨ ਹੋ ਕੇ ਸ਼ੁੰਭ ਦੀ ਸੈਨਾ ਨਾਲ ਅਨੇਕਾਂ ਵਾਰ ਯੁੱਧ ਮਚਾਇਆ। ਜੰਬੁਕ ਜੁਗਨ ਗ੍ਰਿਜ ਮਜੂਰ ਰਕਤਰ ਕੀ ਕੀਚ ਮੈਂ ਇਸ ਨਚਿਓ ਹੈ। ਇੱਕ ਰੂਪਕ ਅਨੁਸਾਰ ਗਿੱਦੜ ਜੋਗਣਾ ਅਤੇ ਗਿਰਝਾ ਮਜ਼ਦੂਰ ਹਨ ਅਤੇ ਲਹੂ ਦੇ ਚਿੱਕੜ ਰੂਪੀ ਗਾਰੇ ਵਿੱਚ ਸ਼ਿਵ ਨਚਿਆ ਹੈ ਅਰਥਾਤ ਕਾਣੀ ਕੋਲੀ ਹੈ। Jackals, vamps and vultures are like laborers and dancer standing in the mud of flesh and blood is Shiva himself. Luth pe luth su pite pe sit gud au med le tahe ਗਚਿਓ ਹੈ। ਲੋਤ ਉੱਤੇ ਚੜੀ ਲੋਤ ਕੰਧ ਬਣੀ ਹੋਈ ਹੈ ਅਤੇ ਸਫੈਦ ਮਿੱਝ ਅਤੇ ਚਰਬੀ ਨਾਲ ਉੱਪਰ ਕਲੀ ਕੀਤੀ ਹੋਈ ਹੈ। ਪੌਨ ਰੰਗੀਨ ਬਨਾਏ ਮਨੋ ਕਰੀਮਾਵਿਸ ਚਿੱਤਰ ਬਚਿੱਤ ਰਚਿਓ ਹੈ। ਇਹ ਰਣ ਭੂਮੀ ਨਹੀਂ ਮਾਨੋ ਵਿਸ਼ਵਕਰਮਾ ਕਰੀਮਾਵਿਸ ਨੇ ਰੰਗੀਨ ਮਕਾਨ ਬਣਾ ਕੇ ਉੱਤੇ ਵਿਚਿੱਤਰ ਚਿੱਤਰਾਂ ਦੀ ਸਿਰਜਣਾ ਕੀਤੀ ਹੋਵੇ। ਸਵਈਆ ਧੁੰਦ ਸੂ ਜੁਧ ਪਇਓ ਰਨ ਮੈਂ
ਉਤ ਸੁੰਭ ਇਤੇ ਬਰ ਚੰਡ ਸੰਭਾਰੀ। ਰਣਭੂਮੀ ਵਿੱਚ ਦੁਵੰਦ ਯੁੱਧ ਹੋ ਰਿਹਾ ਹੈ। ਇੱਧਰ ਪ੍ਰਚੰਡ ਚੰਡੀ ਅਤੇ ਉੱਧਰ ਸ਼ੁੰਭ ਡਟੇ ਹੋਏ ਹਨ। ਕਾਇ ਅਨੇਕ ਪਏ ਦੁਹੂ ਕੇ ਤਨ, ਪਉਰਖ ਗਇਓ ਸਭ ਦੈਤ ਕੋ ਹਾਰੀ। ਦੋਹਾਂ ਦੇ ਸਰੀਰ ਉੱਤੇ ਅਨੇਕ ਜ਼ਖਮ ਲੱਗੇ ਹੋਏ ਹਨ, ਪਰੰਤੂ ਦੈਤ ਦੀ ਸਾਰੀ ਸ਼ਕਤੀ ਹਾਰ ਗਈ ਹੈ। ਹੀਨ ਭਏ ਬਲ ਤੇ ਤੁਝ ਕਾਪਤ ਸੋ, ਉਪਮਾ ਕਵੀ ਐਸੀ ਵਿਚਾਰੀ। ਬਲਹੀਨ ਹੋ ਕੇ ਸ਼ੁੰਭ ਦੀਆਂ ਭੁਜਾਵਾਂ ਕੰਬਣ ਲੱਗ ਗਈਆਂ ਹਨ। ਉਹ ਦ੍ਰਿਸ਼ ਦੀ ਉਪਮਾ ਕਵੀ ਨੇ ਇਸ ਪ੍ਰਕਾਰ ਵਿਚਾਰੀ ਹੈ। ਮਾਨਹੋ ਗਾਰੜੂ ਕੇ ਬਲ ਤੇ ਲਏ, ਪੰਚ ਮੁਖ ਜੁਗ ਸਾਪਨ ਕਾਰੀ। ਮਾਨੋ ਪੰਜ ਮੂੰਹਾਂ ਵਾਲੀਆਂ ਦੋ ਕਾਲੀਆਂ ਸੱਪਣੀਆਂ ਗਾਰੁੜ ਦੇ ਪ੍ਰਭਾਵ ਕਾਰਨ ਬੇਸੁੱਧ ਹੋ ਕੇ ਲਟਕ ਰਹੀਆਂ ਹੋਣ। ਗਾਰੁੜ ਮੀਨਸ ਮੰਤਰ। ਕੋਪ ਪਈ ਬਰ ਚੰਡ ਮਹਾ ਬਹੁ ਜੁੱਧ ਕਰਿਓ, ਰਨ ਮੈਂ ਬਲ ਤਾਰੀ। ਮਹਾਨ ਅਤੇ ਬਲਵਾਨ ਚੰਡੀ ਨੇ ਕ੍ਰੋਧਿਤ ਹੋ ਕੇ ਰਣਭੂਮੀ ਵਿੱਚ ਬਲਪੂਰਵਕ ਯੁੱਧ ਕੀਤਾ। ਲੈ ਕੇ ਕਿਰਪਾਨ ਮਹਾਬਲਵਾਨ ਪਚਾਰ ਕੇ ਸੁੰਭ ਕੇ ਉੱਪਰ ਚਾਰੀ। ਉਸ ਮਹਾਬਲਵਾਨ ਚੰਡੀ ਨੇ ਕਿਰਪਾਨ ਲੈ ਕੇ ਲਲਕਾਰਦੇ ਹੋਇਆਂ ਸ਼ੁੰਭ ਉੱਪਰ ਸੁੱਟ ਦਿੱਤੀ। ਸਾਰ ਸੋ ਸਾਰ ਕੀ ਸਾਰ ਬਜੀ, ਚਨਕਾਰ ਉਠੀ ਤਹਿ ਤੇ ਚਿਨਗਾਰੀ। ਤਲਵਾਰ ਦੇ ਲੋਹੇ ਸਾਰ ਨਾਲ ਦੂਜੇ ਦੀ ਤਲਵਾਰ ਦੇ ਲੋਹੇ ਦੀ ਧਾਰ ਵੱਜੀ, ਉਸ ਤੋਂ ਚਣਕਾਰ ਹੋਈ ਅਤੇ ਚਿੰਗਾਰੀਆਂ ਨਿਕਲੀਆਂ। ਮਾਨਹੋ ਪਾਦਵ ਮਾਸ ਕੀ ਰੈਨ ਲਸੇ, ਪਟ ਬੀਜਨ ਕੀ ਚਮਕਾਰੀ। ਮਾਨੋ ਭਾਦਰੋਂ ਮਹੀਨੇ ਦੀ ਰਾਤ ਵਿੱਚ ਜੁਗਨੂਆਂ ਪਟਬੀਚਨ ਦੀ ਚਮਕ ਹੋ ਰਹੀ ਹੋਵੇ। ਕਾਇਨ ਤੇ ਬਹੁ ਸ਼੍ਰਵਣ ਪਰਿਓ, ਬਲ ਛੀਨ ਪਇਓ ਨਿਰਪ ਸੁੰਭ ਕੋ ਕੈਸੇ। ਜ਼ਖਮਾਂ ਵਿੱਚੋਂ ਬਹੁਤ ਲਹੂ ਵਗ ਗਿਆ, ਫਲਸਰੂਪ ਸ਼ੁੰਭ ਰਾਜੇ ਦਾ ਬਲ ਛਿਣ ਹੋ ਗਿਆ। ਕਿਸ ਤਰ੍ਹਾਂ? ਜੋਤ ਕਟੀ ਮੁਖ ਕੀ ਤਨ ਕੀ, ਮਨੋ ਪੂਰਨ ਤੇ ਪਰੇਵਾ ਸਸ ਜੈਸੇ। ਮੁਖ ਦੀ ਜੋਤ ਅਤੇ ਸਰੀਰ ਦੀ ਸ਼ਕਤੀ ਇਸ ਤਰ੍ਹਾਂ ਘਟ ਗਈ, ਮਾਨੋ ਪੂਰਨਮਾਸੀ ਤੋਂ ਬਾਅਦ ਜਿਵੇਂ ਏਕਮ ਦੇ ਚੰਦਰਮਾ ਦੀ ਚਮਕ ਘਟ ਜਾਂਦੀ ਹੈ। ਚੰਡ ਲਿਓ ਕਰ ਸੁੰਭ ਉਠਾਏ, ਕਹਿਓ ਕਵੀ ਨੇ ਮੁਖ ਤੇ ਜਸ ਐਸੇ। ਚੰਡੀ ਦੇ ਸ਼ੁੰਭ ਨੂੰ ਹੱਥ ਨਾਲ ਉਠਾ ਲਿਆ। ਚੰਡੀ ਨੇ ਸ਼ੁੰਭ ਨੂੰ ਹੱਥਾਂ ਉਠਾ ਲਿਆ। ਉਸ ਦੀ ਸਿਫਤ ਕਵੀ ਦੇ ਆਪਣੇ ਮੁਖ ਤੋਂ ਇਸ ਪ੍ਰਕਾਰ ਕਹੀ ਹੈ। ਰਚਕ ਗੋਦਨ ਕੇ ਹਿਤ ਕਾਨ੍ਹ, ਉਠਾਏ ਲਿਓ ਗਿਰ ਗੋਦਨ ਜੈਸੇ। ਕਿ ਜਿਸ ਤਰ੍ਹਾਂ ਗਊਆਂ ਦੀ ਰੱਖਿਆ ਲਈ ਸ਼੍ਰੀ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਚੁੱਕ ਲਿਆ। ਦੋਹਰਾ। ਕਰਤੇ ਗਿਰ ਤਰਨ ਪਰਿਓ, ਤਰਤੇ ਗਇਓ ਆਕਾਸ। ਚੰਡੀ ਦੇ ਹੱਥ ਵਿੱਚੋਂ ਸ਼ੁੰਭ ਧਰਤੀ ਉੱਤੇ ਡਿੱਗ ਪਿਆ ਅਤੇ ਧਰਤੀ ਤੋਂ ਆਕਾਸ਼ ਨੂੰ ਚਲਾ ਗਿਆ। ਸੁੰਭ ਸੰਘਾਰਨ ਕੇ ਨਮਿਤ ਗਏ ਚੰਡ ਤਹਿ ਪਾਸ। ਸ਼ੁੰਭ ਨੂੰ ਮਾਰਨ ਲਈ ਚੰਡੀ ਉਸ ਕੋਲ ਚਲੀ ਗਈ। ਸਵਈਆ। ਸਵਈਆ। ਬੀਜ ਤਬੇ ਨਭ ਮੰਡਲ ਚੰਡਿਕਾ, ਜੁੱਧ ਕਰਿਓ ਜਿਮ ਆਗੇ ਨਾ ਹੋਊ। ਤਦੋਂ ਆਕਾਸ਼ ਮੰਡਲ ਦੇ ਵਿਚਾਲੇ ਚੰਡੀ ਨੇ ਇਸ ਤਰ੍ਹਾਂ ਦਾ ਯੁੱਧ ਕੀਤਾ ਜਿਸ ਤਰ੍ਹਾਂ ਦਾ ਅੱਗੇ ਕਦੇ ਨਹੀਂ ਹੋਇਆ। ਜਿਸ ਤਰ੍ਹਾਂ ਦਾ ਅੱਗੇ ਕਦੇ ਯੁੱਧ ਨਹੀਂ ਹੋਇਆ। ਸੂਰਜ ਚੰਦ ਨਿਛਤਰ ਸਚੀ ਪਤ, ਔਰ ਸਭੇ ਸੁਰ ਪੇਖਤ ਸੋਂ। ਸੂਰਜ, ਚੰਦਰਮਾ, ਤਾਰੇ, ਇੰਦਰ ਅਤੇ ਹੋਰ ਸਾਰੇ ਦੇਵਤੇ ਉਸ ਯੁੱਧ ਨੂੰ ਵੇਖ ਰਹੇ ਹਨ। ਖੈਚ ਕੇ ਮੁੰਡ ਦਈ ਕਰਵਾਰ ਕੀ, ਏਕ ਕੋ ਮਾਰ ਕੀਏ ਤਬ ਦਿਓ। ਚੰਡੀ ਨੇ ਤਲਵਾਰ ਖਿੱਚ ਕੇ ਸ਼ੁੰਭ ਦੇ ਸਿਰ ਵਿੱਚ ਮਾਰੀ ਅਤੇ ਤਦੋਂ ਇੱਕ ਨੂੰ ਮਾਰ ਕੇ ਦੋ ਟੁਕੜੇ ਕਰ ਦਿੱਤੇ। ਸੁੰਭ ਦੂ ਟੂਕ ਹੋਇ ਭੂਮਿ, ਪਰਿਓ ਤਨ ਜਿਉ ਕਲਵਤਰ ਸੋ ਚੀਰਤ ਕੋ। ਸ਼ੁੰਭ ਦਾ ਸਰੀਰ ਦੋ ਟੋਟੇ ਹੋ ਕੇ ਧਰਤੀ ਉੱਤੇ ਇੰਜ ਡਿੱਗ ਪਿਆ ਜਿਵੇਂ
ਕੋਈ ਆਰੇ ਨਾਲ ਚੀਰਿਆ ਹੋਵੇ। ਦੋਹਰਾ। ਸੁੰਭ ਮਾਰ ਕੇ ਚੰਡਿਕਾ ਉੱਠੀ ਸੋ ਸ਼ੰਖ ਵਜਾਏ। ਸ਼ੁੰਭ ਨੂੰ ਮਾਰ ਕੇ ਚੰਡੀ ਉੱਠੀ ਅਤੇ ਸ਼ੰਖ ਵਜਾਇਆ। ਤਬ ਤੁਨ ਕੰਟਾ ਕੀ ਕਰੀ ਮਹਾ ਮੋਦ ਮਨ ਪਾਏ। ਤਦੋਂ ਮਨ ਵਿੱਚ ਬਹੁਤ ਪ੍ਰਸੰਨ ਹੋ ਕੇ ਘੰਟਿਆਂ ਦੀ ਧੁਨੀ ਕੀਤੀ। ਦੈਤ ਰਾਜ ਛਿਨ ਮੈਂ ਘਨਿਓ ਦੇਵੀ ਇਹ ਪ੍ਰਕਾਰ। ਦੇਵੀ ਨੇ ਇਸ ਤਰ੍ਹਾਂ ਦੈਤ ਰਾਜੇ ਨੂੰ ਛਿਣ ਪਰ ਵਿੱਚ ਮਾਰ ਦਿੱਤਾ। ਅਸ਼ਟ ਕਰਨ ਮਹਿ ਸ਼ਸਤਰ ਗਹੇ ਸੈਨਾ ਦਈ ਸੰਘਾਰ। ਅਤੇ ਫਿਰ 8 ਹੱਥਾਂ ਵਿੱਚ ਸ਼ਸਤਰ ਧਾਰਨ ਕਰਕੇ ਦੈਂਤਾਂ ਦੀ ਸੈਨਾ ਨੂੰ ਨਸ਼ਟ ਕਰ ਦਿੱਤਾ। ਸਵਈਆ। ਚੰਡ ਕੇ ਕੋਪ ਨੂੰ ਉਪ ਰਹੀ ਰਨ ਮੈਂ ਅਸਤਾਰ ਪਈ ਸਮੋਹਾਈ। ਜਦੋਂ ਚੰਡੀ ਤਲਵਾਰ ਧਾਰਨ ਕਰਕੇ ਰਣ ਵਿੱਚ ਸਾਹਮਣੇ ਹੋਈ। ਮਾਰ ਬਿਦਾਰ ਸੰਘਾਰ ਦੇ ਤਬ ਭੂਪ ਬਿਨਾ ਕਰੇ ਕੌਣ ਲੜਾਈ। ਤਦੋਂ ਉਸ ਦੇ ਕ੍ਰੋਧ ਦੀ ਕਈ ਬਰਾਬਰੀ ਕਰ ਸਕਣ ਵਾਲਾ ਨਾ ਰਿਹਾ। ਜਦੋਂ ਸਭ ਨੂੰ ਮਾਰ ਕੇ ਨਸ਼ਟ ਭ੍ਰਸ਼ਟ ਕਰ ਦਿੱਤਾ, ਤਦੋਂ ਰਾਜੇ ਤੋਂ ਬਿਨਾਂ ਭਲਾ ਲੜਾਈ ਕਰਨ ਦੇ ਕੌਣ ਸਮਰੱਥ ਹੈ। ਕਾਪ ਉਠੇ ਅਰ ਤਰਾਸ ਹੀਏ ਤਰ ਛਾੜ ਦੇ ਸਭ ਪਉਰਖਤਾਈ। ਹਿਰਦੇ ਵਿੱਚ ਡਰ ਤਾਰ ਕੇ ਵੈਰੀ ਕੰਬ ਗਏ ਅਤੇ ਸਾਰੀ ਮਰਦਾਨਗੀ ਪਉਰਖਤਾਈ ਛੱਡ ਦਿੱਤੀ। ਦੈਤ ਚਲੇ ਤਜ ਖੇਤ ਇਉਂ ਜੈਸੇ ਵੱਡੇ ਗੁਣ ਲੋਭ ਤੇ ਜਾਤ ਪਰਾਹੀ। ਤਦੋਂ ਦੈਂਤ ਯੁੱਧ ਖੇਤਰ ਛੱਡ ਕੇ ਇਸ ਤਰ੍ਹਾਂ ਭੱਜ ਚੱਲੇ ਜਿਸ ਤਰ੍ਹਾਂ ਲੋਭ ਤੋਂ ਵੱਡੇ ਸ਼੍ਰੇਸ਼ਟ ਗੁਣ ਦੂਰ ਹੋ ਜਾਂਦੇ ਹਨ। ਇਤੀ ਸ਼੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਸੁੰਭ ਬਦਹੀ ਨਾਮ ਸਪਤਮੋ ਧਿਆਏ ਸੰਪੂਰਨਮ। ਇति श्री मार्कंडे पुराणे चंडी चरित्रे शुंभ बदही नाम सप्तमो ਧਿਆਏ ਸੰਪੂਰਨਮ। ਇੱਥੇ ਸ਼੍ਰੀ ਮਾਰਕੰਡੇ ਪੁਰਾਣ ਦੇ ਚੰਡੀ ਚਰਿਤਰ ਉਕਤੀ ਬਿਲਾਸ ਪ੍ਰਸੰਗ ਦੇ ਸੁੰਭਵਦ ਨਾਂ ਦੇ 7ਵਾਂ ਅਧਿਆਇ ਦੀ ਸਮਾਪਤੀ। सवैया। पाज गयो मघवा जिनके डर भ्रम ते आद सबे पै पीते। ਜਿਨ੍ਹਾਂ ਦੇ ਡਰ ਤੋਂ ਇੰਦਰ ਭੱਜ ਗਿਆ ਸੀ ਅਤੇ ਬ੍ਰਹਮਾ ਅਤੇ ਹੋਰ ਸਾਰੇ ਦੇਵਤੇ ਭੈਭੀਤ ਸਨ। ਤੇਈ ਵੈ ਦਾਤ ਪਰਾਏ ਗਏ ਰਨ ਹਾਰ ਨਿਹਾਰ ਪਏ ਬਲ ਰੀਤੇ। ਉਹੀ ਦੈਂਤ ਰਣ ਭੂਮੀ ਵਿੱਚ ਆਪਣੀ ਹਾਰ ਵੇਖ ਕੇ ਬਲਹੀਨ ਹੋਏ ਭੱਜ ਗਏ ਹਨ। ਜੰਬੁਕ ਗ੍ਰਿਜ ਨਿਰਾਸ ਪਏ ਬਨਬਾਸ ਗਏ ਜੁਗ ਜਾਮਨ ਬੀਤੇ। ਗਿੱਦੜ ਅਤੇ ਗਿਰਝਾ ਨਿਰਾਸ ਹੋ ਕੇ ਬਨਾਂ ਵਿੱਚ ਰਹਿਣ ਲਈ ਚਲੇ ਗਏ ਹਨ ਅਤੇ ਇਸ ਸਾਰੇ ਸਾਕੇ ਨੂੰ ਹੋਇਆ ਅਜੇ 2 ਪਹਿਰ ਵੀ ਨਹੀਂ ਬੀਤੇ ਹਨ। ਸੰਤ ਸਹਾਈ ਸਦਾ ਜਗਮਾਏ ਸੁਸੁੰਭ ਨਿਸੁੰਭੜੇ ਅਰ ਜੀਤੇ। ਸੰਤਾਂ ਦੀ ਸਦਾ ਸਹਾਇਕ ਜਗਮਾਤਾ ਚੰਡੀ ਨੇ ਸ਼ੁੰਭ ਅਤੇ ਨਿਸ਼ੁੰਭ ਵੱਡੇ ਵੈਰੀ ਜਿੱਤ ਲਏ ਹਨ। ਦੇਵ ਸਭੇ ਮਿਲ ਕੇ ਇੱਕ ਠੌਰ ਸੁ ਅਛਤ ਕੁੰਕਮ ਚੰਦਨ ਲੀਨੋ। ਸਾਰੇ ਦੇਵਤਿਆਂ ਨੇ ਇੱਕ ਥਾਂ ਇਕੱਤਰ ਹੋ ਕੇ ਅਤੇ ਚਾਵਲ ਕੇਸਰ ਤੇ ਚੰਦਨ ਲੈ ਕੇ ਤਛਨ ਲੱਛਨ ਦੇ ਕੇ ਪ੍ਰਦਛਨ ਟੀਕਾ ਸੁ ਚੰਡੀ ਕੇ ਪਾਲ ਮੈਂ ਦੀਨੋ। ਉਸ ਵੇਲੇ ਲੱਖਾਂ ਨੇ ਹੀ ਪ੍ਰਦਖਣਾ ਦੇ ਕੇ ਚੰਡੀ ਦੇ ਮੱਥੇ ਉੱਤੇ ਤਿਲਕ ਲਗਾ ਦਿੱਤਾ। ਤਾ ਛਬ ਕੋ ਉਪਜਿਓ ਤਹ ਪਾਵ ਇਹ ਕਵਨੇ ਮਨ ਮੈਂ ਲਖ ਲੀਨੋ। ਉਸ ਵੇਲੇ ਦੀ ਛਵੀ ਨੂੰ ਵੇਖ ਕੇ ਜੋ ਭਾਵ ਪੈਦਾ ਹੋਇਆ ਉਸ ਨੂੰ ਕਵੀ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣਿਆ। ਮਾਨਹੁ ਚੰਦ ਕੇ ਮੰਡਲ ਮੈਂ ਸੁਭ ਮੰਗਲ ਆਨ ਪ੍ਰਵੇਸ਼ ਹੀ ਕੀਨੋ।
ਮਾਨੋ ਚੰਦਰ ਮੰਡਲ ਵਿੱਚ ਸ਼ੁਭ ਮੰਗਲ ਨੇ ਆ ਕੇ ਪ੍ਰਵੇਸ਼ ਕੀਤਾ ਹੋਵੇ, ਅਰਥਾਤ ਸੁਖਦਾਇਕ ਸਥਿਤੀ ਪੈਦਾ ਹੋ ਗਈ ਹੈ। ਕਬਿਤ ਮਿਲ ਕੇ ਸੋ ਦੇਵਨ ਬਡਾਏ ਕਰੀ ਕਾਲਿਕਾ ਕੀ ਇਹੋ ਜਗਮਾਤ ਤੈ ਤੋਂ ਕਟਿਓ ਬਡੋ ਪਾਪ ਹੈ। ਸਾਰੇ ਦੇਵਤਿਆਂ ਨੇ ਮਿਲ ਕੇ ਦੇਵੀ ਕਾਲਕਾ ਦੀ ਵਡਿਆਈ ਕੀਤੀ ਕਿ ਹੇ ਜਗਤ ਮਾਤਾ, ਤੂੰ ਤਾਂ ਸਾਡਾ ਵੱਡਾ ਪਾਪ ਕੱਟ ਦਿੱਤਾ ਹੈ। दैतन के मार राज दीनो तय सुरेश हमको बड़ो जस लीने जग तेरो ही प्रताप है। ਤੂੰ ਦੈਤਾਂ ਨੂੰ ਮਾਰ ਕੇ ਰਾਜੇ ਇੰਦਰ ਨੂੰ ਸਵਰਗ ਦਾ ਰਾਜ ਦਿੱਤਾ ਹੈ। ਅਜਿਹਾ ਕਰਕੇ ਤੂੰ ਬਹੁਤ ਯਸ਼ ਖਟਿਆ ਹੈ ਅਤੇ ਇਸ ਲਈ ਜਗ ਵਿੱਚ ਤੇਰਾ ਹੀ ਪ੍ਰਤਾਪ ਪਸਰਿਆ ਹੋਇਆ ਹੈ। ਦੇਤ ਹੈ ਅਸੀਸ ਦਿਜ ਰਾਜ ਰਿਖ बार बार तहाँ ही पढ़ियो है ब्रह्म कवच हूँ को जाप है। All the sages, ਬ੍ਰਹਮ ਰਿਸ਼ੀ, ਰਾਜ ਰਿਸ਼ੀ ਬਾਰ ਅਸੀਸਾਂ ਦਿੰਦੇ ਹਨ ਅਤੇ ਉੱਥੇ ਹੀ ਬ੍ਰਹਮ ਕਵਚ ਦੁਰਗਾ ਦੀ ਉਸਤਤ ਵਿੱਚ ਬ੍ਰਹਮਾ ਵੱਲੋਂ ਉਚਾਰਿਆ ਸਤੋਤਰ ਜਾਪ ਨੂੰ ਪੜ੍ਹਿਆ ਗਿਆ ਹੈ। ऐसे जसपूर रयो चंडिका को तीन लोक जैसे ਤਾਰ ਸਾਗਰ ਮੈਂ ਗੰਗਾ ਜੀ ਕੋ ਆਪ ਹੈ। ਤਿੰਨਾਂ ਲੋਕਾਂ ਵਿੱਚ ਚੰਡੀ ਦਾ ਯਸ਼ ਇਸ ਤਰ੍ਹਾਂ ਪੂਰਿਆ ਜਾ ਰਿਹਾ ਹੈ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਵਿੱਚ ਗੰਗਾ ਜੀ ਦਾ ਜਲ ਆਪ ਹੀ ਪੂਰੀ ਤਰ੍ਹਾਂ ਮਿਲ ਜਾਂਦਾ ਹੈ। ਸਵਈਆ ਦੇਹ ਅਸੀਸ ਸਭੇ ਸੁਰਨਾਰ ਸੁਧਾਰ ਕੇ ਆਰਤੀ ਦੀਪ ਜਗਾਇਓ। ਸਾਰੀਆਂ ਦੇਵ ਇਸਤਰੀਆਂ ਚੰਡੀ ਨੂੰ ਅਸੀਸਾਂ ਦਿੰਦੀਆਂ ਹਨ ਅਤੇ ਆਰਤੀ ਸਿਰਜ ਕੇ ਉਸ ਵਿੱਚ ਦੀਪਕ ਜਗਾਏ ਹਨ। ਫੂਲ ਸੁਗੰਧ ਸੁਵੱਛਤ ਦਛਨ ਜੱਛਨ ਜੀਤ ਕੋ ਗੀਤ ਸੁ ਗਾਇਓ। ਫੁੱਲਾਂ ਦੀ ਸੁਗੰਧੀ ਅਤੇ ਚਾਵਲ ਵਾਰਦੀਆਂ ਦਛਨ ਹਨ ਅਤੇ ਯਕਸ਼ ਇਸਤਰੀਆਂ ਜੱਛਨ ਜਿੱਤ ਦੇ ਗੀਤ ਸੁਣਾਉਂਦੀਆਂ ਹਨ। ਧੂਪ ਜਗਾਈ ਕੇ ਸ਼ੰਖ ਬਜਾਈ ਕੇ ਸੀਸ ਨਿਵਾਏ ਕੇ ਬੈਨ ਸੁਨਾਇਓ। ਧੂਪ ਜਗਾ ਕੇ ਸ਼ੰਖ ਵਜਾ ਕੇ ਸਿਰ ਝੁਕਾ ਕੇ ਬੇਨਤੀ ਕਰਦੀਆਂ ਹਨ। ਹੇ ਜਗ ਮਾਏ ਸਦਾ ਸੁਖਦਾਏ ਤੈ ਸੁੰਭ ਕੋ ਕਾਏ ਬਡੋ ਜਸ ਪਾਇਓ। ਕਿ ਹੇ ਜਗਤ ਮਾਤਾ, ਤੂੰ ਸਦਾ ਸੁਖ ਦੇਣ ਵਾਲੀ ਹੈ। ਤੂੰ ਸ਼ੁੰਭ ਨੂੰ ਮਾਰ ਕੇ ਵੱਡਾ ਯਸ਼ ਖਟਿਆ ਹੈ। ਸਕਰਹੀ ਸਾਜ ਸਮਾਜ ਦੇ ਚੰਡ ਸੂ ਮੋਦ ਮਹਾਮਨ ਮਾਹੀ ਰਹੇ ਹੈ। ਇੰਦਰ ਸ਼ਕਰ ਨੂੰ ਰਾਜ ਦਾ ਸਮਾਨ ਦੇ ਕੇ ਚੰਡੀ ਮਨ ਵਿੱਚ ਬਹੁਤ ਖੁਸ਼ ਹੋ ਰਹੀ ਹੈ। ਸੂਰ ਸਸੀ ਨਭ ਥਾਪ ਕੇ ਤੇਜ ਦੇ ਆਪ ਤਹਾਂ ਤੇ ਸੁਲੋਪ ਪਈ ਹੈ। ਸੂਰਜ ਅਤੇ ਚੰਦਰਮਾ ਨੂੰ ਆਕਾਸ਼ ਵਿੱਚ ਸਥਿਤ ਕਰਕੇ ਅਤੇ ਤੇਜ ਪ੍ਰਦਾਨ ਕਰਕੇ ਚੰਡੀ ਆਪ ਉੱਥੋਂ ਲੋਪ ਹੋ ਗਈ। बीच आकाश प्रकाश बढ़ियो तह की उपमा मन ते ना गई है। ਆਕਾਸ਼ ਵਿੱਚ ਸੂਰਜ ਅਤੇ ਚੰਦਰਮਾ ਦਾ ਪ੍ਰਕਾਸ਼ ਵੱਧ ਗਿਆ। ਉਸ ਦ੍ਰਿਸ਼ ਦੀ ਉਪਮਾ ਕਵੀ ਦੇ ਮਨ ਤੋਂ ਭੁੱਲੀ ਨਹੀਂ ਹੈ। ਤੂਰ ਕੇ ਪੂਰ ਮਲੀਨ ਹੂ ਤੋ ਰਵ ਮਾਨਹੁ ਚੰਡਿਕਾ ਉਪਦਈ ਹੈ। ਲੜਾਈ ਵੇਲੇ ਉਠੀ ਤੂੜ ਦੇ ਪਸਰਨ ਕਰਕੇ ਸੂਰਜ ਮਲੀਨ ਹੋ ਗਿਆ ਸੀ। ਮਾਨੋ ਚੰਡੀ ਨੇ ਆਪਣਾ ਤੇਜ ਪ੍ਰਦਾਨ ਕਰਕੇ ਉਸ ਨੂੰ ਫਿਰ ਤੋਂ ਚਮਕਦਾਰ ਬਣਾ ਦਿੱਤਾ ਹੈ। ਕਬਿਤ ਪ੍ਰਥਮ ਮਥ ਕੈਟ ਮਦ ਮਥਨ ਮਹਿਕਾ ਸੁਰੇ ਮਾਨ ਮਰਦਨ ਕਰਨ ਤਰੁਣ ਬਰ ਬੰਡਕਾ। ਪਹਿਲਾਂ
ਮਧੂ ਅਤੇ ਕੈਟਵ ਦੈਂਤਾਂ ਦਾ ਘਮੰਡ ਤੋੜਨ ਵਾਲੀ, ਫਿਰ ਮਹਿਕਾਸੁਰ ਦਾ ਮਾਣ ਮਸਲਣ ਵਾਲੀ, ਵਰ ਦੇਣ ਵੇਲੇ ਸੰਕੋਚ ਨਾ ਕਰਨ ਵਾਲੀ, ਧੂਮ੍ਰ ਦ੍ਰਿਗ ਤਰੰਤਰ ਤੂਰ ਤਾਨੀ ਕਰਨ ਚੰਡ ਅਰ ਮੁੰਡ ਕੇ ਮੁੰਡ ਖੰਡ ਖੰਡਕਾ, ਧੂਮ੍ਰ ਲੋਚਨ ਵਰਗੇ ਨਾਇਕ ਤਰੰਤਰ ਨੂੰ ਧਰਤੀ ਉੱਤੇ ਪਟਕਣ ਵਾਲੀ ਅਤੇ ਚੰਡ ਅਤੇ ਮੁੰਡ ਦੇ ਸਿਰਾਂ ਨੂੰ ਟੋਟੇ ਟੋਟੇ ਕਰਨ ਵਾਲੀ, ਰਕਤ ਬੀਰਜ ਹਰਨ ਰਕਤ ਪਛਨ ਕਰਨ ਦਰਨ ਅਨਸੁੰਭ ਰਨ ਰਾਰ ਰਿਸ ਮੰਡਕਾ, ਰਕਤ ਬੀਜ ਨੂੰ ਮਾਰਨ ਅਤੇ ਉਸ ਦਾ ਲਹੂ ਪੀਣ ਵਾਲੀ, ਵੈਰਿਆਂ ਨੂੰ ਦਲਣ ਵਾਲੀ, ਨਿਸ਼ੁੰਭ ਨਾਲ ਕ੍ਰੋਧਿਤ ਹੋ ਕੇ ਜੰਗ ਕਰਨ ਵਾਲੀ, ਸੰਭ ਬਲ ਤਾਰ ਸੰਘਾਰ ਕਰਵਾਰ ਕਰ ਸਕਲ ਖਲ ਅਸੁਰ ਦਲ ਜੈਤ ਜੈ ਚੰਡਿਕਾ, ਸ਼ੁੰਭ ਨੂੰ ਬਲਪੂਰਵਕ ਤਲਵਾਰ ਨਾਲ ਸੰਘਾਰਨ ਵਾਲੀ ਅਤੇ ਸਾਰੇ ਦੁਸ਼ਟ ਦੈਂਤਾਂ ਦੇ ਦਲ ਨੂੰ ਜਿੱਤਣ ਵਾਲੀ ਚੰਡੀ ਦੀ ਜੈ ਹੋਵੇ। ਸਵਈਆ। ਦੇਹ ਸਿਵਾ ਬਰ ਮੋਹ ਇਹ, ਸੁਭ ਕਰਮਨ ਤੇ ਕਬਹੂ ਨਾ ਟਰੋ। ਹੇ ਸ਼ਿਵਾ, ਮੈਨੂੰ ਇਹ ਵਰ ਦੇ ਕਿ ਮੈਂ ਸ਼ੁਭ ਕੰਮਾਂ ਨੂੰ ਕਰਨੋਂ ਨਾ ਟਲਾਂ। ਨਾ ਡਰੋ ਅਰ ਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਜਦੋਂ ਵੈਰੀ ਨਾਲ ਰਣਭੂਮੀ ਵਿੱਚ ਜਾ ਕੇ ਲੜਾਂ ਤਾਂ ਜ਼ਰਾ ਨਾ ਡਰਾਂ ਅਤੇ ਨਿਸ਼ਚੇ ਹੀ ਆਪਣੀ ਜਿੱਤ ਪ੍ਰਾਪਤ ਕਰਾਂ। ਅਰ ਸਿੱਖ ਹੋਂ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤਉ ਉਚਰੋ। ਅਤੇ ਆਪਣੇ ਮਨ ਨੂੰ ਸਿੱਖਿਆ ਦੇਵਾਂ ਕਿ ਮੈਨੂੰ ਸਦਾ ਇਹ ਲਾਲਚ ਬਣਿਆ ਰਹੇ ਕਿ ਮੈਂ ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਜਬ ਆਵ ਕੀ ਔਧ ਨਿਦਾਨ ਬਣੇ, ਅਤ ਹੀ ਰਨ ਮੈਂ ਤਬ ਜੂਝ ਮਰੋ। ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤ ਦੇ ਯੁੱਧ ਵਿੱਚ ਲੜਦਾ ਹੋਇਆ ਮਰ ਜਾਵਾਂ। ਚੰਡ ਚਰਿਤ੍ਰ ਕਵੀਤਨ ਮੈਂ, ਬਰਨਿਓ ਸਭ ਹੀ ਰਸ ਰੁਦਰਮਈ ਹੈ। ਚੰਡੀ ਚਰਿਤ੍ਰ ਕਵਿਤਾ ਵਿੱਚ ਕਥਨ ਕੀਤਾ ਹੈ। ਇਹ ਸਾਰੀ ਕਵਿਤਾ ਰੌਦਰ ਰਸ ਵਿੱਚ ਲਿਖੀ ਹੈ। ਰੁਦਰ ਰਸਾ। ਏਕ ਤੇ ਏਕ ਰਸਾਲ ਪਇਓ ਹੈ, ਏਕ ਤੇ ਏਕ ਰਸਾਲ ਪਇਓ ਨਖ ਤੇ, ਸਿੱਖ ਲਓ ਉਪਮਾ ਸੋ ਨਹੀਂ ਹੈ। ਇੱਕ ਤੋਂ ਇੱਕ ਉਕਤੀ ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤੱਕ ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤੱਕ ਹਰ ਉਪਮਾ ਨਵੀਂ ਹੈ। ਕੌਤਕ ਹੇਤ ਕਰੀ ਕਵ ਨੇ, ਸਤਿਸਯ ਕੀ ਕਥਾ ਇਹ ਪੂਰੀ ਪਈ ਹੈ। ਕਵੀ ਨੇ ਮਾਨਸਿਕ ਵਿਲਾਸ ਕੌਤਕ ਲਈ ਇੱਕ ਕਾਵ ਰਚਨਾ ਕੀਤੀ ਹੈ। ਸਤਸਈ ਦੀ ਇਹ ਪੂਰੀ ਕਥਾ ਵਰਣਿਤ ਹੈ। ਜਾਹੇ ਨਮਿਤ ਪੜੇ ਸੁਨ ਹੈ, ਨਰ ਸੋ ਨਿਸ਼ਚੈ ਕਰ ਤਾਹੀਂ ਦਈ ਹੈ। ਜਿਸ ਮਨੋਰਥ ਲਈ ਕੋਈ ਪੁਰਸ਼ ਇਸ ਰਚਨਾ ਨੂੰ ਪੜ੍ਹੇ ਅਤੇ ਸੁਣੇਗਾ, ਉਸ ਨੂੰ ਅਵਸ਼ ਹੀ ਦੇਵੀ ਉਹੀ ਵਰ ਪ੍ਰਦਾਨ ਕਰੇਗੀ। दोहरा। ग्रंथ सत सया को करियो जा सम अवर न कोय। मैं ਸਤਸਈ ਦੁਰਗਾ ਸਪਤਸ਼ਤੀ ਗ੍ਰੰਥ ਦੀ ਰਚਨਾ ਕੀਤੀ ਹੈ, ਜਿਸ ਦੇ ਸਮਾਨ ਹੋਰ ਕੋਈ ਗ੍ਰੰਥ ਨਹੀਂ ਹੈ। ਜੇ ਨਮਿਤ ਕਵੀ ਨੇ ਕਹਿਓ ਸੋ ਦੇਹ ਚੰਡਿਕਾ ਸੋਈ। ਹੇ ਚੰਡਿਕਾ, ਜਿਸ ਮਨੋਰਥ ਲਈ ਕਵੀ ਨੇ ਇਹ ਕਥਾ ਕਹੀ ਹੈ, ਉਸ ਦਾ ਉਹੀ ਮਨੋਰਥ ਪੂਰਾ ਕਰੋ। इति श्री मार्कंडे पुराणे श्री चंडिका चरित्रे उकत बिलास देव सुरेश सहत जयकार सबद करा अष्टमो त्याई समापतम सत
ਸੁਭਮ ਸੱਤ। ਇੱਥੇ ਸ਼੍ਰੀ ਮਾਰਕੰਡੇ ਪੁਰਾਣ ਦੇ ਸ਼੍ਰੀ ਚੰਡੀ ਚਰਿਤ੍ਰ ਉਕਤ ਬਿਲਾਸ ਪ੍ਰਸੰਗ ਦੇ ਦੇਵ ਸੁਰੇਸ਼ ਸਹਿਤ ਜੈ ਜੈਕਾਰਾ 8ਵਾਂ ਅਧਿਆਇ ਸਮਾਪਤ ਹੋਇਆ। ਸਭ ਸ਼ੁਭ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।